आओ जी शुरू करते हैं शब्दों तो। ਹੁਣ ਤੁਸੀਂ ਮੇਰੀ ਸਕਰੀਨ ਵੀ ਦੇਖ ਸਕਦੇ ਹੋ। ਡਿਸਟਰਬੈਂਸ ਤੁਹਾਨੂੰ ਡਿਸਟਰਬੈਂਸ ਆ ਰਹੀ ਹੈ ਪਿੱਛੋਂ ਆਵਾਜ਼ਾਂ ਦੱਸੋ ਇੱਕ ਵਾਰੀ। डिस्टर्ब तो नहीं हो रही पिछों किसी क्लास ठीक चल रही है? दसो एक बार सारे स्टूडेंट्स। हाँ ठीक है जी। ਤਾਂ ਅਸੀਂ ਅੱਜ ਦਾ ਪਹਿਲਾ ਸ਼ਬਦ ਲਿਖਣਾ ਸ਼ੁਰੂ ਕਰਦੇ ਹਾਂ। ਹੁਣ ਤੁਸੀਂ ਮੇਰੀ ਸਕਰੀਨ ਵੀ ਦੇਖ ਸਕਦੇ ਹੋ ਦੋਸਤੋ। ਪਹਿਲਾ ਸ਼ਬਦ ਲਿਖੋ ਅੱਜ ਦਾ, ਬੜਾ ਹੀ ਪਿਆਰਾ, ਮੇਰਾ ਫੇਵਰਿਟ ਸ਼ਬਦ ਪੰਜਾਬੀ ਦੇ ਵਿੱਚ ਨਹੀਂ ਹੈ, ਉਰਦੂ ਦਾ ਸ਼ਬਦ ਹੈ। ਲਿਖੋ ਮਕਬੂਲੀਅਤ। ਇਹ ਵਰਡ ਤੁਹਾਨੂੰ ਪੇਪਰ ਦੇ ਵਿੱਚ ਕੱਲਾ ਸਿੰਗਲ ਵਰਡ 90 प्लस मार्क्स दवा सकता है, क्योंकि ज्यादा बच्चों ने इस वर्ड का अर्थ नहीं पता होता। लिखो मकबूलियत। कोई 60 या 50 प्लस व्यक्ति पढ़ेगा ना, वो समझ जाएगा कि या तो तुसी पंजाबी दे नोवल पढ़ते हो, वधिया वधिया चंगे चंगे नोवल्स, या फिर तुसी बहुत ही वधिया पंजाबी सीखी हुई है किसी को, ਤਾਂ ਇਸ ਸ਼ਬਦ ਦਾ ਪ੍ਰਯੋਗ ਕਰਦੇ ਹੋ। ਮਕਬੂਲੀਅਤ ਦਾ मीनिंग लिखो एक्सेप्टेंस। बेसिक वाले स्टूडेंट्स डरियो ना इस वर्ड तो। हले ये वर्ड मैं तुहानू 5-6 बार ऐसे च लिखवाना है, तो उसकी कोई चिंता नहीं है। समस्या की है कि इस शब्द का मीनिंग क्या है, वो लिखो एक्सेप्टेंस। जी मैं इस तक वाक लिखा रहा, लिखो गुरु नानक देव जी ने समाज विच मकबूलियत प्राप्त कर ली सी। मतलब एक्सेप्टेंस हो गई सी उन्हां दी, लोग उन्हां नूं मन्नण लग गए सी बाद दे विच। ਤਾਂ ਇਸ ਤਰੀਕੇ ਨਾਲ ਮੈਂ ਇਹਦਾ ਇੱਕ ਸੈਂਟੈਂਸ ਲਿਖਿਆ, ਪਰ ਆਮ ਤੌਰ ਦਾ ਐਸੇ ਸੈਂਟੈਂਸ ਕਿਸ ਤਰ੍ਹਾਂ ਆਏਗਾ? ਜੇ ਗੁਰੂ ਨਾਨਕ ਦੇਵ ਜੀ ਦਾ ਐਸੇ ਆ ਗਿਆ ਤਾਂ ਵੀ, ਜੇ ਪੰਜਾਬੀ ਮਾਂ ਬੋਲੀ ਤੇ ਐਸੇ ਆ ਗਿਆ ਨਾ, ਤਾਂ ਕੀ ਲਿਖੋਗੇ ਕਿ ਪੰਜਾਬੀ ਮਾਂ ਬੋਲੀ ਇੰਨੀ ਸਰਲ ਭਾਸ਼ਾ ਹੈ ਕਿ ਇਸਨੇ ਆਮ ਲੋਕਾਂ ਵਿੱਚ ਮਕਬੂਲੀਅਤ ਪ੍ਰਾਪਤ ਕੀਤੀ। ਸਮਝ ਗਏ ਮੈਂ ਕੀ ਕਿਹਾ ਸਾਰਿਆਂ ਨੂੰ? ਕਿ ਪੰਜਾਬੀ ਇੰਨੀ ਸਰਲ ਭਾਸ਼ਾ ਹੈ ਕਿ ਇਸਨੇ ਆਮ ਲੋਕਾਂ ਵਿੱਚ ਮਕਬੂਲੀਅਤ ਹਾਸਲ ਕੀਤੀ। जब तुसी कंपैरिजन करोगे तो पंजाबी की एक्सेप्टेंस इतनी ज्यादा क्यों है? ईजिली समझ आ जाती है, हिंदी वर्गी ही है। समझ गए सारे विद्यार्थी मकबूलियत वर्ड? दसो बेसिक बैच मकबूलियत शब्द तुहानू सारिਆਂ ਨੂੰ क्लैरीफाई, कोई चिंता वाली गल नहीं है, पर शब्द बहुत महत्वपूर्ण है। ठीक है, उस दे विच कोई कंजूसी नहीं चाहिए मैनू। दूजा शब्द लिखो जी, घुण। हाँ घुण लिखो, घुण। ये हर ऐसे आ सकता है। घुण का अर्थ होता है टर्माइट। लकड़ी को घुन लग जाता है, सुना हो गया तुसी, घुन लग जाना, टर्माइट ही कहते ना उसमें। एक बार दसा, मैं भी देखा तक मैनू शब्द याद है। हाँ टर्माइट ही है जी, घुण लिख लो। ਤਾਂ ਕੋਈ ਵੀ ਸਮਾਜਿਕ ਬੁਰਾਈ ਹੋਵੇਗੀ ਨਾ, ਉਹ ਸਮਾਜ ਨੂੰ ਘੁਣ ਦੀ ਤਰ੍ਹਾਂ ਖਾਏਗੀ। ਜਿਸ ਤਰ੍ਹਾਂ ਲਿਖੋ ਜਾ ਛੂਤ ਛਾਤ ਸਮਾਜ ਨੂੰ ਘੁਣ ਦੀ ਤਰ੍ਹਾਂ बर्बाद कर दिंदी है। समझ गए जी सारे? कि छूत छात समाज ਨੂੰ ਘੁਣ ਦੀ ਤਰ੍ਹਾਂ बर्बाद कर ਦਿੰਦੀ है, या छूत छात ਦੀ ਸਮੱਸਿਆ ਵੀ ਲਿਖ ਸਕਦੇ ਹੋ। ਤਾਂ ਘੁਣ ਕੀ ਹੈ? ਟਰਮਾਈਟ। ਤੇ मैं यही मान के चल रहा कि ਜਿਹੜੇ ਵੀ ਮੈਂ ਸ਼ਬਦ ਲਿਖਵਾ ਰਿਹਾ ਹਰ ਰੋਜ਼, ਉਹ ਸਮਝ ਵੀ ਰਹੇ ਹੋ ਤੇ ਲਿਖ ਵੀ ਰਹੇ ਹੋ। ਸਿਰਫ ਉਸ ਨੂੰ ਸੁਣ ਕੇ ਨਹੀਂ ਪਿੱਛੇ ਹਟ ਜਾਣਾ, ਕਿਉਂਕਿ ਮੇਰੇ ਲਈ ਤੁਸੀਂ 90 ਪਲੱਸ ਮਾਰਕਸ ਲਈ ਹੀ ਕਲਾਸ 'ਚ ਬੈਠੇ ਹੋ। ਠੀਕ ਹੈ, ਤਾਂ ਇਹ ਵਰਡਸ ਉਹ ਵਰਡਸ ਹੈ ਜੋ ਤੁਹਾਨੂੰ 90 ਤੋਂ 100 ਪਲੱਸ ਵੀ ਲੈ ਕੇ ਜਾ ਸਕਦੇ ਨੇ। ਨੈਕਸਟ ਵਰਡ ਲਿਖੋ ਜੀ, ਤੀਜਾ ਵਿਚਾਰ ਵਡਾਂਦਰਾ।
डिस्कशन, हर ऐसे यूज होएगा वर्ड। विचार वडांद्रा लिख लो, डिस्कशन, विचार वडांद्रा, शाबाश। एक बार लिख लो फिर दसो, फिर अगे बढ़ते हैं। तो तुम इसमें 5 बार भी लिख सकते हो, कोई चिंता वाली गल नहीं है, चाहे एक वर्ड 5 बार भी लिखो, पर हाँ क्लीयर हो जाना चाहिए है। ਤਾਂ ਤੁਸੀਂ ਲਿਖ ਸਕਦੇ ਹੋ ਕਿ ਸਾਨੂੰ ਪ੍ਰਦੂਸ਼ਣ ਬਾਰੇ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਹੈ। ਇੱਕ ਵਾਰੀ ਸੈਂਟੈਂਸ ਖੁਦ ਲਿਖੋ ਕਿ ਸਾਨੂੰ ਪ੍ਰਦੂਸ਼ਣ ਸੰਬੰਧੀ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਹੈ। ਪਹਿਲਾਂ ਆਪ ਲਿਖੋ ਫਿਰ ਮੈਂ ਲਿਖਦਾ, ਤੇ ਦੇਖੋ ਤੁਹਾਡੇ ਕਿੰਨੇ ਵਰਡ ਸਹੀ ਹੋਏ। ਸਾਨੂੰ ਪ੍ਰਦੂਸ਼ਣ ਸੰਬੰਧੀ ਲਿਖੋ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਹੈ। ਮੈਂ ਹੁਣ ਦੇਖਿਆ ਤੁਹਾਡੇ ਬਹੁਤ ਸੰਦੇਸ਼, ਮਾਫੀ ਚਾਹੁੰਦਾ ਹਾਂ ਤੁਹਾਡੇ ਤੋਂ, ਪਰ ਹਾਂ ठीक है लिख लो। अगे आओ जी, विचार वटांदरा चौथा लिखो जी। माफ करना जी, अगला शब्द लिखो जी। 3-4 शब्द होंगे, लिखो। पहला तो लिखो पद्धर, सबनों पता है लैवल, इसका सेंटेंस बनाना हाँ बाद चो। पंजवां है श्रेणी, श्रेणी ਨੂੰ ਤੁਸੀਂ क्लास कहने हो, ठीक है, कि केड़ी श्रेणी च पढ़दे हो। ਉਹ ਬਹੁਤ ਉੱਚੀ ਸ਼੍ਰੇਣੀ ਦਾ ਵਿਅਕਤੀ ਹੈ, ਉੱਚੀ ਕਲਾਸ ਦਾ ਵਿਅਕਤੀ ਹੈ, ਤਾਂ ਸ਼੍ਰੇਣੀ ਤੁਹਾਡਾ ਕਲਾਸਰੂਮ ਦੀ ਸ਼੍ਰੇਣੀ ਹੁੰਦੀ ਹੈ, ਤੇ ਸ਼੍ਰੇਣੀ ਤੁਹਾਡੀ ਕੈਟੇਗਰੀ ਵੀ ਕਲਾਸ। ਤਾਂ ਕਲਾਸ ਦੇ ਦੋ ਅਰਥ ਹਨ, ਇੱਕ ਤੁਸੀਂ ਅਪਰ ਲੋਅਰ, ਇੱਕ ਉਹ ਸ਼੍ਰੇਣੀ ਹੋ ਗਈ ਕਲਾਸ 1 ਕਲਾਸ 2 ਕਲਾਸ 3, ਠੀਕ ਹੈ। ਤਾਂ ਉਸ ਤਰੀਕੇ ਨਾਲ ਸ਼੍ਰੇਣੀ, ਮੈਂ 10ਵੀਂ ਸ਼੍ਰੇਣੀ ਵਿੱਚ ਪੜ੍ਹਦਾ ਹਾਂ, ਮੈਂ 10th ਸਟੈਂਡਰਡ ਵਿੱਚ ਪੜ੍ਹਦਾ ਹਾਂ, ਤਾਂ ਇਸ ਦਾ ਇਹ ਬਣੇਗਾ। ਤਾਂ ਮੈਂ ਤੁਹਾਨੂੰ ਸੈਂਟੈਂਸ ਲਿਖਵਾਇਆ ਸੀ ਕਿ ਸਾਨੂੰ ਪ੍ਰਦੂਸ਼ਣ ਬਾਰੇ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਹੈ। ਉਮੀਦ ਹੈ ਸਾਰਿਆਂ ਨੇ ਲਿਖਿਆ, ਤੇ ਇਸ ਤਰ੍ਹਾਂ ਹੀ ਲਿਖਿਆ, ਸਾਨੂੰ प्रदूषण संबंधी, देखना सही लिखा है, जो गलत लिखा है कोई तो ठीक कर लो, विचार वटांदरा करना चाहिए। सब तो इंपोर्टेंट ये शब्द गलत नहीं होना चाहिए, जिथे सिहारी पाएंगे टीचर ਨੂੰ देख कन्फर्म हो जाता हिंदी वाले, क्योंकि चाहिए इस तरह है, मैं ਤੁਹਾਨੂੰ ਪਹਿਲਾਂ ਵੀ ਦੱਸਿਆ है, ਤਾਂ ਇਸ ਤੋਂ बचना है, ठीक है। श्रेणी है, क्लास लिख लो। अगला लिखो जी, माध्यम, माध्यम, मीडियम, जिवें सिक्ख्या तरक्की का माध्यम है, हवा गैसिਆਂ ਲਈ ਮਾਧਿਅਮ ਹੈ, ਤੁਸੀਂ ਸਿੱਖਿਆ ਦੇ ਮਾਧਿਅਮ ਹੋ, ਤੁਹਾਡੇ ਮਾਤਾ ਪਿਤਾ ਤੁਹਾਡੇ ਲਈ ਜੀਵਨ ਦੇ ਮਾਧਿਅਮ ਹਨ, ਤਾਂ ਸਾਰੇ ਮੀਡੀਅਮ ਨੂੰ ਮਾਧਿਅਮ ਕਹਿੰਦੇ ਆ, ਠੀਕ ਹੈ। ਕੀ ਮੀਡੀਅਮ ਹੈ ਉਸਦਾ, ਤੁਹਾਡਾ ਹਵਾ ਦਾ ਵੀ ਆਪਣਾ ਇੱਕ ਹੋ ਸਕਦਾ ਹੈ। ਅੱਗੇ ਆਓ ਜੀ, ਅਗਲਾ ਸ਼ਬਦ ਲਿਖੋ, सत्वा, इस सिरलत मतलब टू मच, जिवें भगत सिंह ने सानू आजादी दिवाउण, ਸਾਡੇ ਦੇਸ਼ ਦੇ ਸੈਨਿਕ ਸਾਡੇ ਦੇਸ਼ ਦੀ ਸੁਰੱਖਿਆ ਲਈ ਸਿਰਲੱਥ ਮਿਹਨਤ ਕਰਦੇ ਹਨ। ਤਾਂ ਸਿਰਲੱਥ ਦਾ ਅਰਥ ਹੁੰਦਾ ਟੂ ਮਚ, ਬਹੁਤ ਜ਼ਿਆਦਾ। ਇਹ ਸ਼ਬਦ ਨਹੀਂ ਪਤਾ ਹੋਣਾ ਬੱਚਿਆਂ ਨੂੰ, ਤੁਹਾਨੂੰ ਵੀ ਸ਼ੁਰੂ ਸ਼ੁਰੂ ਤੋਂ ਮੈਂ ਫੇਰ ਦੱਸ ਰਿਹਾ, ਇਹ ਸ਼ਬਦ ਯਾਦ ਨਹੀਂ ਕਰਨੇ ਤੁਸੀਂ, 5-5 ਵਾਰ ਲਿਖੋ ਚੁੱਪਚਾਪ। ਜਦ ਐਸੀ ਰਾਈਟਿੰਗ ਆਏਗੀ ਨਾ, ਮੈਂ ਲਿਖਾਵਾਂਗਾ ਤੁਹਾਨੂੰ ਬੋਰਡ ਤੇ ਇਹ ਸ਼ਬਦ, ਫਿਰ ਤੁਹਾਨੂੰ ਦੇਖ ਕੇ ਸ਼ੌਕ ਨਹੀਂ ਲੱਗੇਗਾ ਸਰ ਸਿਰਲੱਥ ਕੀ ਹੈ, ਤੁਹਾਨੂੰ ਪਤਾ ਹੋਏਗਾ ਹਾਂ ਪਹਿਲਾਂ ਕੁਝ ਇਸ ਤਰ੍ਹਾਂ ਦਾ ਲਿਖਿਆ ਹੈ, ਤੇ ਉਹ ਬੜੇ ਪਿਆਰ ਨਾਲ ਚੱਲੇਗਾ ਤੁਹਾਡਾ ਸਾਰਾ, ਠੀਕ ਹੈ। ਤੇ ਅਗਲਾ ਸ਼ਬਦ ਲਿਖੋ ਜੀ ਸਿਰਲੱਥ ਤੋਂ ਬਾਅਦ। 4 ਸ਼ਬਦ ਲਿਖਵਾਵਾਂਗਾ ਇਕੱਠੇ, ਪਹਿਲਾਂ ਵੀ ਲਿਖਵਾਏ ਹਨ, ਦੁਬਾਰਾ ਲਿਖਵਾ ਰਹੇ ਹਾਂ ਤਾਂ ਕਿ ਇਹ ਗਲਤ ਨਾ ਹੋ ਜਾਣ, ਪੇਪਰ ਚ ਐਸੇ ਚ ਕੰਮ ਆਣਗੇ। ਝੁਕਾ, ਬਦਲਾ, ਬਦਲਾਵ ਨਹੀਂ ਹੈ ਪੰਜਾਬੀ ਚ, ਝੁਕਾ, ਬਦਲਾ, ਦਬਾ, ਇਹ ਸ਼ਬਦ ਆਮ ਤੌਰ ਤੇ पेपर ਦੇ ਵਿੱਚ लिखने ਪੈਂਦੇ ਹਨ। किस ਵੱਲ ਝੁਕਾਅ है ਤੁਹਾਡਾ, ਝੁਕਾਵ नहीं है। हिंदी में यहाँ पे वह है, जैसे आपको पता होगा, मैंने पहले भी लिखाया है, झुकाव, बदलाव,
दबाव। समझ रहे हो? दसो जी। सबनों समझ आया है? तो पहला भी लिखवाया है, मैं दूजी बार लिखवा रहा हूं ताकि आप झुकाव मत लिख के आ जाना पेपर में, वो टीचर तुम बहुत घट नंबर देगा। क्लियर सारे होंगे वर्ड तीनों? दसो जी। तो आपके दिमाग में कोई हिंदी का शब्द बताओ वो वाला जिसके अंत में वो हो, कोई बताना चाहेगा जी? दसो। चुनाव, सुझाव। वो वाला सर जिसमें अंत में वो हो, वो। सुझाव। सुझाव, बिल्कुल। सुझाव, चुनाव। सुझाव बिल्कुल ठीक है, इसके भी अंत में अ लगेगा, ठीक कर लो इसको। सुझाव पंजाबी च की बनेगा सर, लिख लो आप ही, शाबाश। सुझाव। उसने मैनू सुझाव दिता। ऐसे ही आपका पड़ाव भी तो है, याद है सबको? पंजाबी च पड़ाव ਨੂੰ ਕੀ ਕਹਾਂਗੇ, ਲਿਖ ਲਓ ਆਪ ਹੀ। ਉਮੀਦ ਹੈ ਤੁਹਾਨੂੰ ਮੇਰੀ ਜ਼ਰੂਰਤ ਨਹੀਂ ਹੈ ਹੁਣ ਇਸ ਨੂੰ ਠੀਕ ਕਰਨ ਲਈ, ਤੁਸੀਂ ਆਪ ਹੀ ਠੀਕ ਕਰ ਲਓਗੇ। ਸੇਮ ਰੂਲ ਹੈ, ਪੜਾਵ ਹੈ ਨਹੀਂ, ਪੰਜਾਬੀ ਚ ਹੈ ਪੜਾਵ। ਉਹ ਕਿਸ ਪੜਾਅ ਤੇ ਪਹੁੰਚ ਗਿਆ ਹੈ। ਪੜਾਅ ਵੀ ਕੀ ਹੈ, ਲੈਵਲ ਜਾਂ ਫਿਰ ਸਟੇਜ। ਜ਼ਿੰਦਗੀ ਕਿਸ ਸਟੇਜ ਤੇ ਆ ਗਈ ਹੈ, ਕਿਸ ਪੜਾਅ ਤੇ ਆ ਗਈ ਹੈ। ठीक है, पड़ाव। ਅੱਗੇ ਆਓ ਜੀ। एक वर्ड जो आमतौर पे गलत होता है, आप हिंदी में बाद लिखते हो, पंजाबी च भुल के भी बाद इस तरह नहीं लिखो। पंजाबी च आएगा बब्बे नू कन्ना एड़ा। ठीक है जनाब। दसो जी। क्योंकि ये भी एक हिंट है टीचर ਲਈ ਕਿ ਤੁਸੀਂ ਹਿੰਦੀ ਮੀਡੀਅਮ ਵਾਲੇ ਹੋ, ਤਾਂ ਇਸ ਤਰ੍ਹਾਂ ਦੇ ਸ਼ਬਦ ਮੈਂ ਇਸ ਕਰਕੇ ਪਹਿਲਾਂ ਹੀ ਲਿਖਵਾ ਦਿੰਦਾ ਕਿ ਜੇ ਕੋਈ ਮਿਹਨਤੀ ਹੈ ਤੁਹਾਡੇ ਵਿੱਚੋਂ, ਉਹ ਪੜ ਰਿਹਾ ਹੈ, ਮੈਨੂੰ ਪਤਾ ਹੈ। ਸਾਰੇ ਨਹੀਂ ਪੜ ਰਹੇ ਵੀ ਮੈਨੂੰ ਪਤਾ ਹੈ, ਕੋਈ ਚਿੰਤਾ ਵਾਲੀ ਗੱਲ ਨਹੀਂ। ਜਿਹੜੇ 3 4 5 6 ਜਣੇ ਪੜ ਰਹੇ ਨੇ ਤੁਹਾਡੇ ਚੋਂ, ਉਹ ਇਹਨਾਂ ਵਰਡਸ ਨੂੰ ਫਿਰ ਤੋਂ ਦੱਸ ਰਿਹਾ। ਰੱਟਾ ਨਾ ਮਾਰਨਾ, ਬਸ ਦੇਖ ਲੈਣਾ ਇੱਕ ਦੋ ਵਾਰੀ, ਇੱਕ ਦੋ ਦਿਨ ਚ ਅੱਗੇ ਜਾ ਕੇ ਦੁਬਾਰਾ ਫਿਰ ਮੈਂ ਤੁਹਾਨੂੰ ਯਾਦ ਕਰਵਾਵਾਂਗਾ। ਸਾਰੇ ਵਰਡਸ ਇਹ ਲਿਖਾਂਗੇ ਆਪਾਂ। ਅਗਲਾ ਸ਼ਬਦ ਲਿਖੋ ਜੀ। ਕਰੋਪੀ। ਕਰੋਪੀ ਹੁੰਦਾ ਹੈ ਐਪੀਡੈਮਿਕ। ਕੁਦਰਤੀ ਕਰੋਪੀ, ਨੈਚੁਰਲ ਡਿਜ਼ਾਸਟਰ ਨੂੰ ਵੀ ਕਹਿ ਦਿੰਦੇ ਹੋ ਤੁਸੀਂ, ਪਰ ਕਰੋਪੀ ਆਮ ਤੌਰ ਤੇ ਬਿਮਾਰੀਆਂ ਨਾਲ ਜੁੜੀਆਂ ਹੁੰਦੀਆਂ ਹਨ, ਐਪੀਡੈਮਿਕ ਨੂੰ ਕਹਿੰਦੇ ਆ। 11ਵਾਂ ਸ਼ਬਦ ਹੈ ਜੀ, ਦੇਖੋ। ज्यादा, बहुत, बहुत ज्यादा। ਇਹ ਦੋਨੋਂ ਅਲੱਗ-ਅਲੱਗ ਹੋਣ ਤਾਂ ਠੀਕ ਹੈ, ਇਹ ਇਕੱਠਾ ਨਹੀਂ ਲਿਖਿਆ ਜਾ ਸਕਦਾ। ਜੇ ਤੁਸੀਂ ਪੇਪਰ 'ਚ ਬਹੁਤ ਜ਼ਿਆਦਾ ਲਿਖ ਕੇ ਆ ਗਏ ਨਾ, ਟੀਚਰ ਨੂੰ ਸਮਝ ਆਏਗਾ ਰੱਟੇਬਾਜ਼ ਹੋ ਤੁਸੀਂ। ਕੋਈ ਮੈਨੂੰ ਰੀਜ਼ਨ ਦੱਸੇਗਾ ਬਹੁਤ ਜ਼ਿਆਦਾ ਇਕੱਠਾ ਕਿਉਂ ਨਹੀਂ ਲਿਖਿਆ ਜਾ ਸਕਦਾ? सर बिकॉज बहुत भी ज्यादा ही होता है, दोनों मतलब सिनोनिम्स हैं तो। बहुत अच्छे, बहुत अच्छे। कोई भी दो सिनोनिम शब्द इकट्ठे ना लिख ਦਿਓ, ਇਹ ਬੱਚੇ ਕਰਦੇ ਆ। ਬੁੱਕਸ 'ਚ ਵੀ ਲਿਖੀ ਹੋਈ ਹੈ ਗਲਤੀ, ਤੁਹਾਨੂੰ ਦੱਸਾਂ। ਮੈਂ ਕਿਸੇ ਬੁੱਕ ਦਾ ਨਾਮ ਨਹੀਂ ਲੈਣਾ ਚਾਹੁੰਦਾ, ਸਾਰੀਆਂ ਬੁੱਕਸ ਵਧੀਆ ਨੇ, ਆਲ ਬੁੱਕਸ ਆਰ ਰੀਲੀ ਗੁੱਡ, ਬਟ ਕੁਝ ਬੁੱਕਸ 'ਚ ਗਲਤੀ ਬਾਰ-ਬਾਰ ਕੀਤੀ ਗਈ ਹੈ, ਬੱਚੇ ਨੂੰ ਨੁਕਸਾਨ ਵੀ ਹੁੰਦਾ ਹੈ। ਹਿੰਦੀ ਵਾਲਿਆਂ ਨੂੰ ਤਾਂ ਪਤਾ ਹੋਏਗਾ, ਤੁਸੀਂ ਸਾਰਿਆਂ ਨੇ ਹਿੰਦੀ पढ़ी है या हिंदी वाला कोई नहीं है ਇੱਥੇ? हिंदी में होता है ना, वाक्य शुद्धि में करते हैं ना कि समानार्थक शब्द एक साथ नहीं लिखे जा सकते। जैसे वह बहुत यस ज्यादा सर। पढ़ता है, आप बहुत को कट कर दोगे वहां पे, या तो वो ज्यादा पढ़ता है या बहुत पढ़ता है। समझ गए सर ਸਾਰੇ ਸਟੂਡੈਂਟਸ? ਇਹ ਗਲਤੀ ਆਮ ਤੌਰ ਤੇ ਟੀਚਰ ਨੇ ਹੀ ਦੱਸੀ ਹੈ ਮੈਨੂੰ, ਮੈਂ ਤੁਹਾਨੂੰ ਆਪਣੇ ਕੋਲੋਂ ਦੱਸ ਰਿਹਾ। ਟੀਚਰ ਦੇ ਕੀਵਰਡਸ ਹੈ। ਟੀਚਰ ਜਦੋਂ ਦੇਖ ਲੈਂਦੇ ਨਾ ਬਹੁਤ ਜ਼ਿਆਦਾ, ਸਮਝ ਆਉਂਦਾ ਨਾ ਬੱਚਾ ਹਿੰਦੀ ਦਾ ਹੈ, ਪੰਜਾਬੀ ਦਾ ਹੈ, ਕੋਸ਼ਿਸ਼ ਕਰ ਰਿਹਾ ਸਿਰਫ ਅੱਛੇ ਮਾਰਕਸ ਲੈਣ ਦੀ, ਤਾਂ ਟੀਚਰ ਨੂੰ ਬਸ ਸਮਾਈਲ ਆਉਂਦੀ ਹੈ ਵੀ ਠੀਕ ਹੈ 10th ਲੈਵਲ ਦਾ ਬੱਚਾ ਹੈ, ਬੀਏ ਪਲੱਸ 2 ਵਾਲਾ ਬੱਚਾ ਨਹੀਂ ਹੈ। ਤਾਂ ਇਹ ਗਲਤੀ ਤੁਹਾਡੇ ਐਸੇ ਚ ਆਮ ਤੌਰ ਤੇ ਹੋਏਗੀ, ਇਸ ਤੇ ਮੈਂ 5 ਮਾਰਕਸ ਕੱਟ ਕਰਾਂਗਾ, ਯਾਦ ਰੱਖਿਓ। ਨੈਕਸਟ ਆਓ ਜੀ, क्योंकि ये गलती जल्दी जल्दी ठीक नहीं होती, टाइम लगता है। अगला शब्द है जी योगदान, पार्टिसिपेशन। ਤੁਹਾਡਾ ਕੀ ਯੋਗਦਾਨ ਹੈ, ਤੁਹਾਡੀ ਕੀ ਪਾਰਟਿਸਿਪੇਸ਼ਨ ਹੈ ਇੱਥੇ ਵਿੱਚ?
लिख लो जी, योगदान। बहुत बढ़िया शब्द है, हर ऐसे काम में आएगा। अगला शब्द लिखो जी, जाना। ये मैं ਤੁਹਾਨੂੰ ਪਹਿਲਾਂ ਵੀ ਲਿਖਵਾਇਆ, ਅੱਜ ਸਪੈਸੀਫਿਕਲੀ ਲਿਖਵਾ ਰਿਹਾ। ਇਸ ਦਾ ਵਿਰੋਧੀ ਹੈ ਆਉਣਾ। ਜਾਣਾ ਦਾ ਉਲਟਾ ਲਿਖੋ ਆਉਣਾ। ਜਾਣਾ ਆਉਣਾ। ਅੱਗੇ ਲਿਖੋ ਜੀ, ਗਿਆ ਆਇਆ। ਇਹ ਬਹੁਤ ਵਾਰ ਕੰਮ ਬਣ ਗਏ ਸ਼ਬਦ, ਤਾਂ ਲਿਖਵਾ ਰਿਹਾ ਤੁਹਾਨੂੰ। 15ਵਾਂ ਹੈ ਜੀ, ਹੋਇਆ, ਡਨ। ਇਹ ਕਿਸ ਤਰ੍ਹਾਂ ਹੋਇਆ, ਇਹ ਕਿਸ ਤਰ੍ਹਾਂ, ਹਾਊ ਇਟ ਹੈਜ਼ ਬੀਨ ਡਨ। ठीक है, इसको भी बचना है गलत करन तो। जेडे मैं ऊपर ये शब्द लिखवाए ना ਤੁਹਾਨੂੰ, ਇਹ एटलीस्ट 5 टाइम्स यूज होंगे, घट तो घट। हो सकता है मेंस ਦੇ ਵਿੱਚ 10 ਵਾਰ यूज हो जान। ਆਉਣਾ, ਆਣਾ ਨਹੀਂ ਹੈ, ਕਿਉਂਕਿ ਮੈਂ ਦੇਖਿਆ ਹੈ ਸਟੂਡੈਂਟਸ ਨੂੰ ਆਣਾ ਲਿਖ ਰਹੇ ਹੈ ਹੋਮਵਰਕ ਦੇ ਵਿੱਚ। ਟੀਚਰ ਦੇਖਦੇ ਹੀ ਸਮਝ ਜਾਏਗਾ ਉੱਥੇ। ठीक है, अगला शब्द लिखो जी। ਕੱਲ ਵੀ ਮੈਨੂੰ ਕਿਸੇ ਸਟੂਡੈਂਟ ਨੇ ਪੁੱਛਿਆ ਸੀ, ਇਹ ਮੈਨੂੰ ਯਾਦ ਹੈ। इंटेलिजेंट स्टूडेंट की समझेगा इतना। ING इज इक्वल टू नो अद्धक। समझ गए जी। ING जिस वर्ड के पिछे ਉਹਦਾ मतलब है नो अद्धक। क्रिया शब्दों च अद्धक का प्रयोग नहीं होता। जिवें चल इस तरह है, चलना इस तरह है। समझ रहे हो। दुख इस तरह है, दुखना इस तरह है। दसो क्लियर होया। ਵਧਣਾ, ਵਧਣਾ मतलब इंक्रीजिंग। ਜੇ ਬਿਨਾਂ ਅੱਧਕ ਵਾਲਾ ਵੱਧ ਆ ਗਿਆ ਤਾਂ ਉਸਦਾ ਮਤਲਬ ਇਨਕਰੀਜ਼ਿੰਗ ਕਹਿਣਾ ਚਾਹੁੰਦਾ ਹੈ। ਸਾਰਿਆਂ ਨੂੰ ਕਲੀਅਰ ਹੋਇਆ ਹੈ ਰੂਲ? ਦੱਸੋ। ਦੱਸੋ ਵਿਦਿਆਰਥੀਓ ਕਿ ING ਮੀਨਸ ਨੋ ਅਧਕ, ਕਿ ਕਿਰਿਆ ਸ਼ਬਦਾਂ ਦੇ ਵਿੱਚ ਅਧਕ ਦਾ ਪ੍ਰਯੋਗ ਨਹੀਂ ਹੁੰਦਾ। ਕਿਰਿਆ ਵਰਡਸ ਮੀਨ ਜਿਸ ਦੇ ਵਿੱਚ ਕੁਝ ਹੋ ਰਿਹਾ ਹੋਵੇ, ਜਿਵੇਂ ਚੱਲਣਾ ਮਤਲਬ ਕੰਮ ਹੋ ਰਿਹਾ ਹੈ, ਦੁਖਣਾ। ਤਾਂ ਮੈਂ ਇਸ ਦਾ ਉਹ ਵੀ ਲਿਖਵਾ ਰਿਹਾ ਤੁਹਾਨੂੰ ਰੂਲ। ਲਿਖੋ, ਕਿਰਿਆ ਸ਼ਬਦਾਂ ਵਿੱਚ अद्धक ਦਾ ਪ੍ਰਯੋਗ नहीं होगा। दसो जी, समझ आ गया सारे ने? ठीक है जी, अगला शब्द लिखो जी। सतारवां है जी, बिल्कुल जी। पुछना इस तरह के कुछ अपवाद हैं गिरीशा जी, क्योंकि तुसी उत्थे कुछ भी पुछना च भी दोनों च ठच्छे दे उत्ते जोर दिता जाता है। पर चलना, दुखना, दुखना नहीं है, दुखना। मेरा हाथ दुख रहा है, दुख रहा मतलब क्रिया हो रही है, पर अद्धक नहीं है। हाँ, मैनू दुख है, मैनू कोई गम है, तो दुख दे विच अद्धक है। ठीक है, उवें ही मैं तुहानू लिखाया वध, अद्धक वाला मोर, बिना अद्धक वाला भी है, इस तरह नहीं है। उत्थे आ जाएगा। ते जिहड़ा तुहाडा शब्द है बहुत वधिया। इस तरह के कई शब्द हैं, उन्होंने अपवाद कहते हैं, ਉਹ ਆਪਾਂ ਕਲਾਸਰੂਮ 'ਚ ਕਰ ਲਾਂਗੇ। ਪਰ ਹਾਂ, ਰੂਲ ਨਾਲ ਤੁਹਾਡੇ 95 ਤੋਂ 98% ਠੀਕ ਹੋ ਜਾਣਗੇ ਸ਼ਬਦ, ਬਿਨਾਂ ਅੱਧਕ ਤੇ ਅੱਧਕ ਵਾਲੇ। ਕਲੀਅਰ ਹੋਇਆ ਸਾਰਿਆਂ ਨੂੰ? ਜਿਵੇਂ ਇਹਨਾਂ ਦੱਸਿਆ, ਇੱਕ ਪੁੱਛਣਾ ਹੈ ਤੇ ਜ਼ਿਆਦਾ ਸ਼ਬਦ ਨਹੀਂ ਹੈ, 5 ਸ਼ਬਦ ਇਸ ਤਰ੍ਹਾਂ ਦੇ ਬਸ, ਵੱਧ ਤੋਂ ਵੱਧ। ਠੀਕ ਹੈ, ਜਿਨ੍ਹਾਂ ਦੀ ਅੱਧਕ ਆਏਗੀ ਕ੍ਰਿਆ ਦੇ ਵਿੱਚ, ਕਿਉਂਕਿ ਉਹਨਾਂ ਦਾ ਬੋਲਣ ਦਾ ਸਟਾਈਲ ਹੀ ਇਸ ਤਰ੍ਹਾਂ ਦਾ ਹੈ। ਠੀਕ ਹੈ, ਜਿਵੇਂ ਪੁੱਛਣਾ ਨਹੀਂ ਹੈ, ਪੁੱਛਣਾ, ਤਾਂ ਅੱਛੇ ਉੱਥੇ ਜ਼ੋਰ ਲੱਗਿਆ ਤਾਂ ਅੱਧਕ ਆਈ ਹੈ। ਅੱਗੇ ਆਓ ਜੀ, ਅਗਲਾ ਸ਼ਬਦ ਮੈਂ ਤੁਹਾਨੂੰ ਲਿਖਵਾ ਰਿਹਾ ਸੀ, ਮੋਢੀ। मैं लिखवाता है मोडी, ਤੁਹਾਨੂੰ माफ करना। अगला लिखो जी, ज्योति जोत, समाउना। ट्रांसलेशन च भी काम आएगा, ऐसे च भी काम आएगा। जदों कोई
ਧਾਰਮਿਕ, ਜਦੋਂ ਕੋਈ ਧਾਰਮਿਕ ਜਦੋਂ ਕੋਈ ਧਾਰਮਿਕ ਮਨੁੱਖ ਸੰਸਾਰ ਛੱਡ ਜਾਵੇ ਤੇ ਇਸ ਦਾ ਇੱਕ ਹੋਰ ਰਿਪਲੇਸਮੈਂਟ ਹੈ ਅਕਾਲ ਚਲਾਣਾ ਕਰ ਜਾਣਾ। ਅਕਾਲ ਚਲਾਣਾ ਮਤਲਬ ਪ੍ਰਮਾਤਮਾ ਦੇ ਘਰ ਚਲੇ ਜਾਣਾ। ਦੋਨੋਂ ਸ਼ਬਦ ਲਿਖ ਲਓ। ਗੁਰੂ ਨਾਨਕ ਦੇਵ ਜੀ ਦੇ ਉੱਤੇ, ਗੁਰੂ ਗੋਬਿੰਦ ਸਿੰਘ ਜੀ ਦੇ ਉੱਤੇ ਕਿਸੇ ਬਾਰੇ ਵੀ ਤੁਸੀਂ ਲੇਖ ਲਿਖ ਰਹੇ ਹੋ, ਉੱਥੇ ਆਮ ਲੋਕਾਂ ਵਾਲੇ ਸ਼ਬਦ ਨਾ ਪ੍ਰਯੋਗ ਕਰਿਓ। ਉੱਥੇ ਤੁਸੀਂ ਮਰਿਆਦਾ ਵਾਲੇ ਸ਼ਬਦ, ਜਿਹੜੇ ਸੁਣ ਕੇ ਵੀ ਅਧਿਆਪਕ ਲੱਗੇ ਕਿ ਹਾਂ ਅਕਾਲ ਚਲਾਣਾ ਕਰ ਗਏ, ਜੋਤੀ ਜੋਤ ਸਮਾ। ਤੁਹਾਨੂੰ ਪਤਾ ਹੋਏਗਾ, ਸਾਰੇ ਦੱਸੋ। ਗੁਰੂ ਨਾਨਕ ਦੇਵ ਜੀ ਦਾ ਐਸੇ ਪੜਿਆ ਹੋਏਗਾ ਨਾ, ਚਾਤਕ ਅੰਤ ਵਿੱਚ ਉਹ ਕਰਤਾਰਪੁਰ ਸਾਹਿਬ ਰਾਏ ਭੋਇ ਤਲਵੰਡੇ ਚ ਪੈਦਾ ਹੋਏ ਸੀ ਸਭ ਤੋਂ ਪਹਿਲਾਂ। ਉਸ ਤੋਂ ਬਾਅਦ ਬੀਬੀ ਨਾਨਕੀ ਜੀ ਬਾਰੇ ਵੀ ਤੁਸੀਂ ਸੁਣਿਆ ਹੋਵੇਗਾ। ਤਾਂ ਇਹ ਨਾਮ ਨਾਲ ਹੀ ਜੁੜੇ ਹੋਏ ਹਨ ਸਾਡੇ ਗੁਰੂ ਨਾਨਕ ਦੇਵ ਜੀ ਵੀ। ਤੇ ਜਿਹੜੇ ਸ਼ਬਦ ਮੈਂ ਤੁਹਾਨੂੰ ਲਿਖਵਾਏ ਹਨ, ਉਹ ਤੁਹਾਡਾ ਸ਼ਬਦ ਹੁਣ ਗਲਤ ਨਹੀਂ ਹੋਣਾ ਚਾਹੀਦਾ ਹੈ ਅੱਜ ਤੋਂ ਬਾਅਦ। ਹਾਲੇ ਮੈਂ ਤੁਹਾਨੂੰ ਹੋਰ ਸ਼ਬਦ ਵੀ ਲਿਖਵਾ ਰਿਹਾ। ਲੋ ਜੀ, ਆਪਾਂ ਅੱਗੇ ਵੱਧਦੇ ਹਾਂ ਤੇ ਹੈਲੋ ਵੰਸ, ਠੀਕ ਹੈ। ਤੇ ਆਪਾਂ ਅੱਗੇ ਹੋਰ ਸ਼ਬਦ ਲਿਖਦੇ ਹਾਂ। ਹੁਣ ਤੁਸੀਂ ਮੇਰੇ ਬੋਲਣ ਦੇ ਕੁਝ ਸ਼ਬਦ ਲਿਖੋ। ਪਹਿਲਾ ਸ਼ਬਦ ਲਿਖੋ ਜੀ, ਇਹ ਮੈਂ ਸਾਰੇ ਇਕੱਠੇ ਲਿਖ ਦਿੰਦਾ ਜਦ ਤੱਕ ਮੇਰਾ ਆਈਪੈਡ ਚਾਰਜਿੰਗ ਤੇ ਹੈ। ਕੋਈ ਚਿੰਤਾ ਨਹੀਂ ਹੈ, ਮੈਂ ਤੁਹਾਨੂੰ 5 ਸ਼ਬਦ ਬੋਲ ਰਿਹਾ, ਬਾਅਦ ਚੋਂ ਕਨਫਰਮ ਕਰਨਾ ਤੁਸੀਂ ਠੀਕ ਲਿਖਿਆ ਜਾਂ ਗਲਤ ਲਿਖਿਆ। ਤਾਂ ਪਹਿਲਾ 5 ਦੇ ਵਿੱਚੋਂ ਪਹਿਲਾ ਸ਼ਬਦ ਲਿਖੋ ਜੀ। सर एक बार लास्ट लिखाना अकाल टलानी ਪਹਿਲਾ की ਸ਼ਬਦ थी। ਲਿਖੋ ਪਿੱਛੋਂ। ਪਿੱਛੋਂ ਮਤਲਬ ਬਾਅਦ में, ਪਿੱਛੋਂ ਲਿਖੋ ਸਾਰੇ ਪਿੱਛੋਂ। ਪੇਪਰ 'ਚ 5 ਵਾਰ ਲਿਖਾਂਗੇ ਆਪਾਂ ਸਾਰੇ, ਘੱਟ ਤੋਂ ਘੱਟ। ਪਿੱਛੋਂ ਤੋਂ ਬਾਅਦ ਲਿਖੋ ਜੀ ਕੱਲ। ਇੱਕ ਤਾਂ ਹੁੰਦਾ ਅੱਜ, ਇੱਕ ਹੁੰਦਾ ਕੱਲ, ਟੁਮਾਰੋ ਵਾਲਾ। ਟੁਮਾਰੋ ਵਾਲਾ ਕੱਲ ਵੀ ਲਿਖ ਲਓ ਜੀ ਸਾਰੇ। ਕੱਲ। ਤੀਜਾ ਸ਼ਬਦ ਲਿਖੋ ਜੀ ਸਰਹੱਦ। ਸਰਹੱਦ ਸ਼ਬਦ ਵੀ ਪੇਪਰ 'ਚ ਪ੍ਰਯੋਗ ਕੀਤਾ ਜਾ ਸਕਦਾ ਹੈ। ਸਰਹੱਦ, ਸਰਹੱਦ ਮਤਲਬ ਬਾਉਂਡਰੀ। ਪਿੱਛੋਂ, ਕੱਲ, ਸਰਹੱਦ, 3 ਸ਼ਬਦ ਹੋ ਗਏ। ਚੌਥਾ ਸ਼ਬਦ ਲਿਖੋ ਜੀ शक्तिकरण। शक्तिकरण, सशक्तिकरण को आप पंजाबी च कहने हो शक्तिकरण। ठीक है जी, लिख लो शक्तिकरण। ते आखिरी शब्द लिखो जी आखिरी शब्द है ਤੁਹਾਡਾ लिखो ਢਾਹ ਲੱਗਣਾ। ਢਾਹ ਲੱਗਣਾ। ਢਾਹ ਲੱਗ, ਠੀਕ ਹੈ, ਢਾਹ ਲੱਗਣਾ। ਇਹ ਸ਼ਬਦ ਮੈਂ ਹੁਣ ਤੁਹਾਨੂੰ ਤਿੰਨੋਂ ਲਿਖ ਕੇ ਦਿਖਾਉਣਾ ਹਾਂ ਜੀ ਤੁਹਾਡੀ ਸਕਰੀਨ ਦੇ ਉੱਤੇ। ਗੂਗਲ ਮੀਟ ਆ ਗਿਆ ਜੀ, ਵਧਾਈਆਂ। ਕੰਟੀਨਿਊ। ਤਾਂ ਪਹਿਲਾ ਸ਼ਬਦ ਸੀ ਤੁਹਾਡਾ ਜਿਹੜਾ ਮੈਂ ਤੁਹਾਨੂੰ ਲਿਖਵਾਇਆ ਸੀ, give access। ओके ओके ओके, लो जी, remind me later। MRQ OVPY FRR।
एक मिनट, MRQOEPY ਤੇ ਮੈਂ ਹਾਂਜੀ ਆ ਗਈ ਹੋਣੀ ਹੈ ਮੇਰੀ ਸਕਰੀਨ ਤੇ ਲਿਖੋ ਪਹਿਲਾ ਸ਼ਬਦ ਸੀ ਮੈਂ ਤਿੰਨੋਂ ਲਿਖਵਾ ਰਿਹਾ ਤੁਹਾਨੂੰ ਦੇਖਣਾ ਠੀਕ ਲਿਖਿਆ ਹੈ ਪਿੱਛੋਂ ਦੂਜਾ ਲਿਖਵਾਇਆ ਸੀ ਮੈਂ ਤੁਹਾਨੂੰ ਕੱਲ ਤੀਜਾ ਲਿਖਵਾਇਆ ਸੀ ਮੈਂ ਤੁਹਾਨੂੰ ਸ਼ਕਤੀਕਰਨ ਬਾਕੀ ਦੋ ਸ਼ਬਦ ਕਿਹੜੇ ਰਹਿ ਗਏ ਤੁਹਾਡੇ ਦੱਸੋ ਇੱਕ ਵਾਰੀ ਸਰਹੱਦ ਇੱਕ ਮਿੰਟ ਰਮਨ ਜੀ ਇੱਕ ਮਿੰਟ ਹੁਣ ਬੋਲਣਾ ਸਰਹੱਦ सरहद सरहद है हद नहीं है याद रखना सरहद लिख लो अगला शब्द लिखो जी सरहद तो बाद केड़ा था लास्ट वर्ड ਢਾਹ ਲੱਗਣਾ ढा लगना लो जी ढा लगना भी हर ऐसे ਦੇ ਵਿੱਚ ਪ੍ਰਯੋਗ ਹੋਵੇਗਾ ਤਾਂ ਹੁਣ ਮੈਂ ਤੁਹਾਨੂੰ ਜਿੰਨੇ ਵੀ ਸ਼ਬਦ ਲਿਖਾਏ ਅੱਜ ਵੀ 21 ਸ਼ਬਦ ਨੇ ਇਹ ਸ਼ਬਦ ਮੁਸ਼ਕਲ ਨੇ ਠੀਕ ਹੈ ਆਸਾਨ ਨਹੀਂ ਹੈ ਤੇ ਇਹਨਾਂ ਸ਼ਬਦਾਂ ਨੂੰ ਮੈਂ ਤੁਹਾਨੂੰ ਫਿਰ ਤੋਂ ਦੱਸ ਰਿਹਾ ਕੋਈ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਇਹਨਾਂ ਦੀ ਸੈਂਟੈਂਸ ਮੈਂ ਤੁਹਾਨੂੰ ਇਸੇ ਕਰਕੇ ਲਿਖਵਾ ਰਿਹਾ ਜਿਵੇਂ ਪਿੱਛੋਂ ਦਾ ਆਏਗਾ ਦੀਵਾਲੀ ਪਿੱਛੋਂ ਪ੍ਰਦੂਸ਼ਣ ਦੀ ਸਮੱਸਿਆ ਵੱਧ ਗਈ ਹੈ ਵੱਧ ਚ ਅੱਧ ਕਿਉਂ ਨਹੀਂ ਲਗਾਈ ਕਲੀਅਰ ਹੈ ਨਾ ਸਾਰਿਆਂ ਨੂੰ ਦੱਸੋ ਤਾਂ ਪਿੱਛੋਂ ਦਾ ਮੀਨਿੰਗ ਹੈ ਕੇ ਬਾਅਦ ਠੀਕ ਹੈ ਤਾਂ ਤੁਸੀਂ ਇਸ ਨੂੰ ਲਿਖ ਸਕਦੇ ਸੀ ਦੀਵਾਲੀ ਤੋਂ ਬਾਅਦ ਇਹ ਵੀ ਲਿਖਿਆ ਜਾ ਸਕਦਾ ਹੈ ਪਰ ਜੇ ਪਿੱਛੋਂ ਲਿਖੋਗੇ ਤਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਪ੍ਰੂਫ ਜਾਏਗਾ ਪ੍ਰੋਪਰ ਕਿ ਉਹ ਵੀ ਪਿੱਛੋਂ ਯੂਜ਼ ਕਰ ਰਹੇ ਹਨ ਅੱਜ ਕੱਲ ਦਾ ਪ੍ਰਯੋਗ ਬਹੁਤ ਹੁੰਦਾ ਹੈ ਇਸੇ ਦੇ ਵਿੱਚ ਅੱਜ ਕੱਲ ਸਮਾਜ ਵਿੱਚ ਬਹੁਤ ਸਮਾਜ ਵਿੱਚ ਬਹੁਤ ਸ਼ਾਂਤੀ कुछ भी लिख सकते हो पर मैं शक्तिकरण नारी शक्तिकरण बहुत जरूरी है मेरे नाल सारे वर्ड लिखा करो जी सरहद भारत दी सरहद नेपाल नाल जुड़ी हुई है अंत विच है आराम ਨਾਲ ਲਿਖੋ ਤੁਸੀਂ ਜਲਦਬਾਜ਼ੀ ਨਾ ਕਰੋ ਸੈਂਟੈਂਸ ਪੂਰਾ ਲਿਖੋ ਵਰਡ ਦੀ ਐਪਲੀਕੇਸ਼ਨ ਸਿੱਖੋ ਇੰਪੋਰਟੈਂਟ ਸਭ ਤੋਂ ਇਹ ਹੈ ਜੇ ਤੁਹਾਨੂੰ ਵਰਡ ਦੀ ਐਪਲੀਕੇਸ਼ਨ ਨਹੀਂ ਆਈ ਫਿਰ ਕੋਈ ਫਾਇਦਾ ਨਹੀਂ ਹੈ ਵਰਡ ਸਿੱਖ ਕੇ ਉਹ ਯਾਦ ਵੀ ਨਹੀਂ ਰਹੇਗਾ ਲੰਬੇ ਟਾਈਮ ਤੱਕ ਤਾਂ ਹੀ ਮੈਂ ਤੁਹਾਨੂੰ ਸੈਂਟੈਂਸ ਲਿਖਣ ਨੂੰ ਕਹਿ ਰਿਹਾ ਫਾਰਮੇਸ਼ਨ ਕਰਨ ਨੂੰ ਕਿ ਹਾਂ ਵਰਡ ਨੂੰ ਐਜ਼ ਇਟ ਇਜ਼ ਯੂਜ਼ ਵੀ ਕਰੋ ਜਿਵੇਂ ਨਸ਼ੇ ਰਾਹੀਂ ਸਮਾਜ ਨੂੰ ਢਾਹ ਲੱਗਦੀ ਹੈ ਤਾਂ ਢਾਹ ਲੱਗਦੀ ਦਾ ਅਰਥ ਕਿਆ ਹੈ ਨੁਕਸਾਨ ਹੋਣਾ ਦੱਸੋ ਜੀ ਇਹ ਸਾਰੇ ਸ਼ਬਦ ਤੁਹਾਨੂੰ ਸਾਰਿਆਂ ਨੂੰ ਸਮਝ ਆਏ ਜੀ ਅੱਜ ਵਾਲੇ ਦੱਸੋ ਵਿਦਿਆਰਥੀਓ
मैं ਛੇਤੀ ਛੇਤੀ 15-20 वर्ड बोलांगा, लिखियो ਤੇ देखियो ठीक लिखिया या नहीं। ਜੇ 15 ਦੇ ਵਿੱਚ 10 ਠੀਕ ਨਹੀਂ ਹੈ ਨਾ ਤਾਂ ਮਤਲਬ ਤਿਆਰੀ ਠੀਕ ਨਹੀਂ ਹੈ ਤੁਹਾਡੀ। ਛੇਤੀ ਛੇਤੀ ਲਿਖੋ। ਪਹਿਲਾ ਸ਼ਬਦ ਲਿਖੋ ਨਹੀਂ, ਨਹੀਂ ਪੇਪਰ ਤੇ ਘੱਟ ਤੋਂ ਘੱਟ 50 ਵਾਰ ਲਿਖਣਾ ਨਹੀਂ। ਦੂਜਾ ਲਿਖੋ ਕਿਉਂਕਿ, ਛੇਤੀ ਲਿਖੋ ਨਹੀਂ ਕਿਉਂਕਿ। ਤੀਜਾ ਲਿਖੋ ਜ਼ਿਆਦਾ, ਜ਼ਿਆਦਾ। ਚੌਥਾ ਲਿਖੋ ਉਹ। ਪੰਜਵਾਂ ਲਿਖੋ ਚਾਹੀਦਾ। ਛੇਤੀ ਲਿਖੋ, ਸਾਰੇ ਸ਼ਬਦ ਛੇਤੀ ਲਿਖਣੇ। ਚਾਹੀਦਾ, ਉਸਦਾ, ਸਾਰਿਆਂ, 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 ਸਾਰਿਆਂ ਨੂੰ, ਸਾਰਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਉਸ ਤਰ੍ਹਾਂ, ਸਾਰਿਆਂ। ਅਗਲਾ ਸ਼ਬਦ ਲਿਖੋ ਜੀ। ਇੱਕ ਤਾਂ ਕੱਕੇ ਨੂੰ ਬਿਹਾਰੀ ਲਿਖ ਲਓ, ਇੱਕ ਕੱਕੇ ਨੂੰ ਸਿਹਾਰੀ ਲਿਖ ਲਓ। ਦੋਨਾਂ ਦਾ ਇੱਕ ਇੱਕ ਸੈਂਟੈਂਸ ਲਿਖਣਾ ਹੈ ਤੁਸੀਂ ਬਸ। ਕੱਕੇ ਨੂੰ ਸਿਹਾਰੀ, ਕੱਕੇ ਨੂੰ ਬਿਹਾਰੀ। ਹੋਮਵਰਕ ਦੇ ਰਿਹਾ ਤੁਹਾਨੂੰ, ਛੇਤੀ ਛੇਤੀ ਕਰੋ। ਅਗਲਾ ਸ਼ਬਦ ਲਿਖੋ ਜੀ ਹੋਇਆ, ਜਿਹੜਾ ਮੈਂ ਤੁਹਾਨੂੰ ਅੱਜ ਲਿਖਾਇਆ ਹੋਇਆ। ਅਗਲਾ ਸ਼ਬਦ ਲਿਖੋ ਜੀ ਜਾਂਦਾ, 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 ਜਿਵੇਂ ਉਹ ਸਕੂਲ ਜਾਂਦਾ ਹੈ। ਅਗਲਾ ਸ਼ਬਦ ਹੈ ਰਹੀਆਂ, ਰਹੀਆਂ, ਰਹੀਆਂ ਲਿਖੋ ਜੀ, ਰਹੀਆਂ, ਰਹੀਆਂ। ਅਗਲਾ ਸ਼ਬਦ ਲਿਖੋ ਹਿੱਸਾ, ਹਿੱਸਾ, ਸ਼ਾਬਾਸ਼। ਹਿੱਸਾ ਤੋਂ ਬਾਅਦ ਲਿਖੋ ਹੁੰਦੀ, ਹੁੰਦਾ, ਹੁੰਦੀ। ਠੀਕ ਹੈ, ਹੁੰਦਾ ਲਿਖ ਦੋ ਚਾਹੇ ਹੁੰਦੀ ਲਿਖ ਦੋ। ਅਗਲਾ ਸ਼ਬਦ ਲਿਖੋ ਜੀ ਉਹਨਾਂ, ਉਹਨਾਂ ਨੂੰ ਕਹਿ ਦੋ ਉਹਨਾਂ ਲਿਖੋ, ਉਹਨਾਂ। ਅਗਲਾ ਸ਼ਬਦ ਲਿਖੋ ਮਹੱਤਵ, ਮਹੱਤਵ, ਮਹੱਤਵ। ਅਗਲਾ ਸ਼ਬਦ ਲਿਖੋ ਕੁਝ, ਕੁਝ ਮਤਲਬ ਕੁਛ, ਛੋਟਾ, ਕੁਝ, ਸ਼ਾਬਾਸ਼, ਕੁਝ। ਕੁਝ ਤੋਂ ਅਗਲਾ ਸ਼ਬਦ ਲਿਖੋ ਮਨੁੱਖ, ਛੇਤੀ ਛੇਤੀ, ਮਨੁੱਖ, ਮਨੁੱਖ। ਅਗਲਾ ਸ਼ਬਦ ਲਿਖੋ ਜੀ ਲਈ, ਲਈ। ਅਗਲਾ ਸ਼ਬਦ ਲਿਖੋ ਜੀ ਆਦ। ਇੱਕ ਆਦ ਲਿਖੋ ਐਗਜ਼ੈਕਟਰਾ ਵਾਲਾ, ਇੱਕ ਲਿਖੋ ਆਦਿ ਐਡਿਕਟਡ ਵਾਲਾ। ਦੋਨੋਂ ਆਦਿ ਲਿਖੋ, ਦੋਨਾਂ ਦਾ ਮੀਨਿੰਗ ਵੀ ਲਿਖੋ ਵੱਖ ਵੱਖ। ਇੱਕ ਲਿਖੋ ਆਦ ਐਗਜ਼ੈਕਟਰਾ, ਇੱਕ ਲਿਖੋ ਆਦ ਆਦਿ। ਇੱਕ ਹੋ ਗਿਆ ਆਦ, ਇੱਕ ਹੋ ਗਿਆ ਆਦਿ। ਆਦਿ ਮੀਨਸ ਐਡਿਕਟਡ। ਤਾਂ ਦੋਨੋਂ ਵੱਖਰੇ ਵੱਖਰੇ ਸ਼ਬਦ ਹਨ, ਤੁਸੀਂ ਦੇਖੋ ਕਿਹੜਾ ਕੀ ਹੈ। ਕਲੀਅਰ ਹੈ ਆਦ ਤੇ ਆਦਿ? ਦੱਸੋ। ਅਗਲਾ ਸ਼ਬਦ ਲਿਖੋ ਜੀ ਔਖਾ, ਔਖਾ। ਅਗਲਾ ਸ਼ਬਦ ਲਿਖੋ ਜਿੰਨਾ, ਜਿੰਨਾ ਮਤਲਬ that much, ਜਿੰਨਾ, ਸ਼ਾਬਾਸ਼, ਜਿੰਨਾ। ਉਸ ਤੋਂ ਬਾਅਦ ਲਿਖੋ ਜੀ ਚਾਹ ਹੁੰਦਾ, ਉਹ ਚਾਹੁੰਦਾ ਹੈ, ਚਾਹਤਾ ਹੈ ਮਤਲਬ ਚਾਹੁੰਦਾ, ਚਾਹੁੰਦਾ। ਅਗਲਾ ਸ਼ਬਦ ਲਿਖੋ ਬਣਾਉਣਾ। ਚਾਹੁੰਦਾ ਤੋਂ ਬਾਅਦ ਹੈ ਬਣਾਉਣਾ, ਬਣਾਉਣਾ, ਬਣਾਉਣਾ ਨਹੀਂ, ਬਣਾਉਣਾ, ਬਣਾਉਣਾ। ਬਣਾਉਣਾ। ਉਸ ਤੋਂ ਅਗਲਾ ਸ਼ਬਦ ਲਿਖੋ ਉਤਸ਼ਾਹ, ਉਤਸ਼ਾਹ, ਉਤਸ਼ਾਹ ਮਤਲਬ ਉਤਸ਼ਾਹ ਹੋਣਾ, ਉਤਸ਼ਾਹ। ਕਿੰਨੇ ਸ਼ਬਦ ਹੋ ਗਏ ਜੀ? 24 ਕਿੰਨੇ? 23 23। ਕੋਈ ਚਿੰਤਾ ਨਹੀਂ, 7 ਹੋਰ ਲਿਖ ਲਓ। ਇੱਕ ਲਿਖੋ ਮਨ, ਮਾਈਂਡ ਵਾਲਾ, ਇੱਕ ਮਨ ਲਿਖੋ ਐਡਮਿਟ ਵਾਲਾ। ਦੋਨੋਂ ਲਿਖੋ, ਦੋਨਾਂ ਚ ਇੱਕ ਹੀ ਡਿਫਰੈਂਸ ਹੈ, ਮਨ ਤੇ ਮਨ। ਇੱਕ ਤਾਂ ਹੈ ਮੇਰਾ ਮਨ ਨਹੀਂ ਲੱਗ ਰਿਹਾ, ਇੱਕ ਹੈ ਮੈਂ ਨਹੀਂ ਮੰਨਦਾ, ਜੋ ਕਰਨਾ ਹੈ ਕਰ ਲਓ। ਠੀਕ ਹੈ, ਇੱਕ ਮਨ ਹੈ, ਇੱਕ ਮਨ ਹੈ। ਜਿਵੇਂ ਉਹ ਮੰਨ ਗਿਆ ਮਤਲਬ ਹੀ ਇਜ਼ ਅਗਰੀ ਟੂ ਇਟ, ਮਨ ਹੁੰਦਾ ਹੈ ਅਗਰੀ। ਇੱਕ ਮਨ ਹੈ ਮਾਈਂਡ। ਦੋਨਾਂ ਦੇ ਵਿੱਚ ਬਸ ਇੱਕ ਡਿਫਰੈਂਸ ਹੈ, ਮ ਤੇ ਨ ਦੋਨਾਂ ਚ। ਠੀਕ ਹੈ, ਤਾਂ ਉਹੀ ਮੈਂ ਦੇਖਣਾ ਚਾਹੁੰਦਾ ਹਾਂ ਤੁਹਾਨੂੰ ਪਤਾ ਹੈ ਜਾਂ ਨਹੀਂ ਪਤਾ ਹੈ। ਅਗਲਾ ਮਨ ਤੇ ਮਨ ਤੋਂ ਬਾਅਦ ਸ਼ਬਦ ਲਿਖੋ ਜੀ ਦਾਖਲ, ਦਾਖਲ, ਸ਼ਾਬਾਸ਼। ਦਾਖਲ ਤੋਂ ਬਾਅਦ ਲਿਖੋ ਸਾਹਮਣੇ, ਸਾਹਮਣੇ। ਸਾਹਮਣੇ ਤੋਂ ਬਾਅਦ ਲਿਖੋ, ਪਹਿਲਾਂ ਸਾਹਮਣੇ ਲਿਖ ਲਓ। ਸਾਹਮਣੇ ਤੋਂ ਬਾਅਦ ਲਿਖੋ ਭरपूर। भरपूर ਹੁੰਦਾ है इनफ क्वांटिटी। जैसे भरपूर मात्रा में पानी मौजूद था, तब भरपूर वही पंजाबी च लिखो भरपूर। बस इसकी ट्रांसलेशन ही करनी है अल्फाबेट्स भी, इसके अल्फाबेट्स च कोई चेंजेस नहीं है। ਤਾਂ क्वेश्चन आम तौर ਤੇ ਪੁੱਛਿਆ ਜਾਂਦਾ ਹੈ ਤੁਹਾਨੂੰ। ਉਸ ਤੋਂ ਬਾਅਦ ਅਗਲਾ ਸ਼ਬਦ ਲਿਖੋ ਜੀ
ਲਗਭਗ ਇਹ ਐਸੇ ਚ ਬਹੁਤ ਵਾਰ ਆਏਗਾ। ਅਪਰੋਕਸੀਮੇਟ ਨੂੰ ਕਹਿੰਦੇ ਆ ਲਗਭਗ। ਲਗਭਗ। ਅਗਲਾ ਸ਼ਬਦ ਲਿਖੋ ਜੀ, ਢੁਕਵਾਂ। ਢੁਕਵਾਂ ਮੀਨਸ ਸੁਟੇਬਲ। ਹੋ ਗਏ ਜੀ 70, 30 ਸ਼ਬਦ ਮਾਫ ਕਰਨਾ। ਦੱਸੋ ਦੋਸਤੋ। ਹਾਂਜੀ ਸਰ 31 ਹੋ ਗਏ। ਕੋਈ ਚਿੰਤਾ ਨਹੀਂ, ਤੁਸੀਂ 31 ਦੇ ਸੈਂਟੈਂਸ ਬਣਾ ਕੇ ਤੇ ਸ਼ੁੱਧ ਸ਼ਬਦ ਲਿਖਣਾ ਭੇਜਣੇ। ਹੋਮਵਰਕ ਹੈ ਤੁਹਾਡਾ, ਸਮਝ ਗਏ ਸਾਰੇ? ਠੀਕ ਤਾਂ ਹੋਣੀ ਹੈ ਇਹ ਤੁਹਾਡੇ ਅਲਫਾਬੈਟਸ, ਆਈ ਐਮ ਸ਼ੋਰ, ਕਿਉਂਕਿ ਸਾਰੇ ਮੁਸ਼ਕਿਲ ਨਹੀਂ ਥੇ, ਸਾਰੇ ਆਸਾਨ ਥਾਂ ਤੇ। ਪਰ ਹਾਂ, ਹੋਮਵਰਕ ਮੈਂ ਤੁਹਾਡਾ ਸੈਂਟੈਂਸ ਦੇਖਣਾ ਚਾਹਾਂਗਾ ਕਿ ਤੁਸੀਂ ਕਿਸ ਤਰ੍ਹਾਂ ਦਾ ਸੈਂਟੈਂਸ ਲਿਖਦੇ ਹੋ ਤੇ ਉਸ ਸੈਂਟੈਂਸ 'ਚ ਬਾਕੀ ਗਲਤੀਆਂ ਕਿੰਨੀਆਂ ਕਰਦੇ ਹੋ। ਕਲੀਅਰ ਸਾਰਿਆਂ ਨੂੰ? ਦੱਸੋ, ਘਰ ਦਾ ਕੰਮ ਕਲੀਅਰ ਹੈ ਨਾ? ਨਹੀਂ ਤਾਂ ਬੜਾ ਈਜ਼ੀ ਸਬਜੈਕਟ ਸੈਂਟੈਂਸ ਬਣਦੇ ਤੇ ਮੇਰੇ ਕੋਲ ਕੋਈ ਪੈਸਾ ਨਹੀਂ ਹੈ, ਠੀਕ ਹੈ, ਮੇਰੇ ਕੋਲ ਸਮਾਂ ਨਹੀਂ ਹੈ, ਮੇਰੇ ਕੋਲ ਨਕਾਰਾਤਮਕਤਾ ਨਹੀਂ ਹੈ, ਇਸ ਤਰ੍ਹਾਂ ਦਾ ਕੋਈ ਆਮ ਜਿਹਾ ਢਾਹ ਲੱਗਣਾ, ਜਿੱਦਾਂ ਮੈਨੂੰ ਲਿਖਿਆ ਨਸ਼ੇ ਰਾਹੀਂ ਸਮਾਜ ਨੂੰ ਢਾਹ ਲੱਗਦੀ ਹੈ, ਇਸ ਤਰ੍ਹਾਂ ਜਿੰਨੇ ਵਰਡਸ ਲਿਖਵਾਏ ਤੁਹਾਡਾ ਕੰਮ ਕਲੀਅਰ ਹੋ ਗਿਆ ਨਾ ਸਾਰਿਆਂ ਨੂੰ? ਜਿਸ ਤਰ੍ਹਾਂ ਇਹ ਵਰਡਸ ਹੈ ਇਹਨਾਂ ਦੇ ਸੈਂਟੈਂਸ ਬਣੇ ਹੋਏ ਆ, ਉਸ ਤਰ੍ਹਾਂ ਤੁਸੀਂ ਆਪਣੇ ਵਰਡਸ ਦੇ ਸੈਂਟੈਂਸ ਬਣਾਉਣੇ ਹਨ। ਜੋ ਅੱਜ ਮੇਰੇ ਨਾਲ ਹੋਇਆ ਨਾ ਤੁਹਾਡੇ ਨਾਲ ਵੀ ਹੋਏਗਾ ਕਿ ਠੰਡ ਦੇ ਵਿੱਚ, ਕਿ ਤੁਸੀਂ ਸੋਚਿਆ ਹੋਏਗਾ ਅੱਧੇ ਘੰਟੇ 'ਚ ਉੱਠਣਾ ਹੈ, ਪਰ ਉਹ ਘੰਟਾ 1.5 ਘੰਟਾ ਹੋ ਜਾਏਗਾ। ਇਹੋ ਜਿਹੇ ਹਾਲਾਤ ਦੇ ਵਿੱਚ ਘਬਰਾਉਣਾ ਨਹੀਂ ਹੈ। ਇਹ ਬਹੁਤ ਵਿਦਿਆਰਥੀਆਂ ਨਾਲ ਹੁੰਦਾ ਸੀ, ਆਮ ਤੌਰ ਤੇ ਨੰਦਿਤਾ ਸ਼ਰਮਾ ਜੀ ਹੈ ਯੰਗੈਸਟ, ਉਹਨਾਂ ਨਾਲ ਬਹੁਤ ਵਾਰੀ ਹੁੰਦਾ ਸੀਗੇ, ਤੇ ਮੈਂ ਉਹਨਾਂ ਤੋਂ ਸਿੱਖਿਆ ਕਿ ਘਬਰਾਉਣਾ ਨਹੀਂ ਹੈ। ਠੀਕ ਹੈ, ਜੇ ਤੁਹਾਡੇ ਨਾਲ ਵੀ ਕਦੇ ਇਸ ਤਰ੍ਹਾਂ ਦਾ ਹੋ ਜਾਵੇ, ਕੋਈ ਚਿੰਤਾ ਨਹੀਂ ਹੈ। ਜਦੋਂ ਵੀ ਅੱਖ ਖੁੱਲੇ ਉਸੇ ਵੇਲੇ ਸਵੇਰ ਹੁੰਦੀ ਹੈ ਤਾਂ ਆਪਣਾ ਕੰਮ ਸ਼ੁਰੂ ਕਰ ਦਿਓ ਨਾਲ ਦੀ ਨਾਲ। ਠੀਕ ਹੈ, ਤਾਂ ਮੇਰੇ ਕੋਲ ਇਹ ਚੀਜ਼ਾਂ ਸਿੱਖਣੀਆਂ ਚਾਹੀਦੀਆਂ ਨੇ ਤੁਹਾਨੂੰ ਕਿ ਠੀਕ ਹੈ, ਗਲਤੀ ਹਰ ਇਨਸਾਨ ਕਰਦਾ, ਤੁਸੀਂ ਵੀ ਕਰਦੇ ਹੋ, ਮੈਂ ਵੀ ਕਰਦਾ, ਜਿਵੇਂ ਅੱਜ ਲੇਟ ਹੋ ਗਿਆ ਮੈਂ, ਤਾਂ ਉਸ ਸਥਿਤੀ ਦੇ ਵਿੱਚ ਘਬਰਾਉਣਾ ਨਹੀਂ ਹੈ। ਕੋਈ ਸਫਾਈ ਕੁਝ ਜ਼ਿਆਦਾ ਨਹੀਂ ਕਰਨਾ, ਬਸ ਆਪਣਾ ਕੰਮ ਕਰਨਾ ਹੈ ਚੁੱਪਚਾਪ। ਰਿਜ਼ਲਟ ਦੇ ਵਿੱਚ ਤੁਹਾਨੂੰ ਸਾਰੀਆਂ ਚੀਜ਼ਾਂ ਸਾਫ਼-ਸਾਫ਼ ਦਿਖਣਗੀਆਂ। ਠੀਕ ਹੈ ਜੀ, ਤਾਂ ਆਪਾਂ ਕੱਲ ਮਿਲਦੇ ਹਾਂ ਦੁਬਾਰਾ, ਕੋਈ ਚਿੰਤਾ ਵਾਲੀ ਗੱਲ ਨਹੀਂ ਹੈ ਜੀ। ਸਾਰੇ ਆਪਣਾ ਧਿਆਨ ਰੱਖਿਓ, ਤੁਹਾਡੀ ਕੱਲ ਵੀ ਕਲਾਸ ਹੈ, ਮੈਂ ਤੁਹਾਨੂੰ ਦੱਸਿਆ ਸੀ, ਕਿਉਂਕਿ ਆਪਾਂ 2 ਛੁੱਟੀਆਂ ਕਰ ਚੁੱਕੇ ਇਸ ਹਫ਼ਤੇ ਦੀਆਂ ਪਹਿਲਾਂ ਹੀ। ਠੀਕ ਹੈ, ਤਾਂ 2 ਛੁੱਟੀਆਂ ਉਹ ਆਪਾਂ ਕਵਰ ਅਪ ਕਰ ਰਹੇ ਹਾਂ ਵੀਕਐਂਡ ਤੇ ਕੱਲ ਫਿਰ ਆਪਾਂ ਦੁਬਾਰਾ ਵਰਡ ਸਾਰੇ ਖਤਮ ਕਰ ਦਾਂਗੇ ਜਿੰਨੇ ਵੀ ਆਪਾਂ ਸਿੱਖਣੇ ਸੀ। ਪਰਸੋਂ ਤੋਂ ਸੈਂਟੈਂਸ ਫਾਰਮੇਸ਼ਨ ਸਾਡੀ ਕਲਾਸ 'ਚ ਸਟਾਰਟ ਹੈ। 1 ਹਫ਼ਤਾ ਸੈਂਟੈਂਸ ਫਾਰਮੇਸ਼ਨ, ਫਿਰ ਆਪਾਂ ਜੁਡੀਸ਼ਰੀ ਦੇ ਸਬਜੈਕਟ ਤੇ ਆ ਜਾਵਾਂਗੇ, ਟ੍ਰਾਂਸਲੇਸ਼ਨ ਤੇ। ਕਲੀਅਰ ਹੋ ਗਿਆ ਸਾਰਿਆਂ ਨੂੰ? ਆਪਾਂ 3 ਵੀਕਸ ਰੱਖੇ ਸੀ ਬੇਸਿਕ ਦੇ, ਫਸਟ ਅਲਫਾਬੈਟਸ ਤੇ ਵਰਡਸ ਲਈ, 4th ਵੀਕ ਰੱਖਿਆ ਸੀ ਸੈਂਟੈਂਸ ਲਈ, ਤੁਹਾਨੂੰ ਯਾਦ ਹੋਵੇਗਾ। ਪਰ ਹੁਣ ਤੱਕ ਆਪਾਂ 2 ਵੀਕਸ ਦਿੱਤੇ ਅਲਫਾਬੈਟਸ ਤੇ ਵਰਡਸ ਨੂੰ। ਠੀਕ ਹੈ, ਤਾਂ ਇੱਕ ਜਿਹੜਾ ਹਫਤਾ ਹੈ ਸਾਡਾ ਸੈਂਟੈਂਸ ਫਾਰਮੇਸ਼ਨ ਦਾ, ਉਹ ਖਤਮ ਕਰਕੇ ਆਪਾਂ ਫਿਰ ਸ਼ੁਰੂ ਕਰ ਲੈਂਦੇ ਆ ਆਪਣਾ ਅਨੁਵਾਦ। ਹੁਣ ਰਿਕਾਰਡਿੰਗ ਵੀ ਅੱਜ ਦੀ ਕਲਾਸ ਤੁਹਾਨੂੰ ਮਿਲੇਗੀ। ਕੋਈ ਸਮੱਸਿਆ ਤਾਂ ਨਹੀਂ ਆਈ ਤੁਹਾਨੂੰ ਅੱਜ ਕਲਾਸ ਦੇ ਵਿੱਚ? ਦੱਸੋ। ਮੈਂ ਤੁਹਾਨੂੰ ਆਪਣੀ ਇੱਛਾ ਦੱਸਾਂ, ਮੇਰੀ ਇੱਛਾ ਹੈ ਗੂਗਲ ਮੀਟ ਤੇ ਕਲਾਸ ਲੈਣ ਦੀ, ਕਿ ਤੁਸੀਂ ਕੁਐਸਚਨ ਪੁੱਛ ਸਕਦੇ ਹੋ ਯਾਰ ਅਨਮਿਊਟ ਕਰਕੇ, ਤੇ ਮੇਰੀ ਵੀ ਤਸੱਲੀ ਹੁੰਦੀ ਹੈ ਕਿ ਕਿਸ ਦਾ ਕਮੈਂਟ ਨਹੀਂ ਰਹਿ ਗਿਆ। ਨਹੀਂ, ਐਪਲੀਕੇਸ਼ਨ ਤੇ ਮੈਨੂੰ, ਮੇਰੀ ਆਪਣੀ ਐਪਲੀਕੇਸ਼ਨ ਹੈ ਉਹ, ਠੀਕ ਹੈ, ਪਰ ਮੈਨੂੰ ਉਸਦਾ ਕੋਈ ਲਾਲਚ ਨਹੀਂ ਹੈ। ਠੀਕ ਹੈ, ਮੈਂ ਉਹਨੂੰ ਅੱਜ ਵੀ ਬੰਦ ਕਰਦਾ ਚਾਹੇ, ਮੈਨੂੰ ਇਹ ਤੁਹਾਨੂੰ ਸਮਝ ਆ ਜਾਵੇ, ਕਿਉਂਕਿ ਐਪਲੀਕੇਸ਼ਨ ਤੋਂ ਮਹੱਤਵਪੂਰਨ ਹੈ ਤੁਹਾਨੂੰ ਸਮਝ ਆਉਣਾ। ਤਾਂ ਠੀਕ ਹੈ, ਤੁਹਾਨੂੰ ਜਿਵੇਂ ਵੀ ਠੀਕ ਲੱਗੇਗਾ ਮੈਨੂੰ ਦੱਸ ਦਿਓ। ਮੈਂ ਸੋਮਵਾਰ ਤੇ ਐਪਲੀਕੇਸ਼ਨ ਤੇ ਕਲਾਸ ਸਟਾਰਟ ਕਰ ਰਿਹਾ, ਪਰ ਬੇਸਿਕ ਕਲਾਸ, ਮੈਂ ਐਡਵਾਂਸ ਦੀ ਗੱਲ ਨਹੀਂ ਕਰ ਰਿਹਾ, ਬੇਸਿਕ ਮੇਰਾ ਮਨ ਹੈ ਗੂਗਲ ਮੀਟ ਤੇ ਹੀ ਰਵੇ। ਤੁਸੀਂ ਇੱਕਦਮ ਕੁਐਸਚਨ ਪੁੱਛੋ ਮੈਨੂੰ, ਇਹ ਨਾ ਹੋਵੇ ਟਾਈਪ ਕਰ ਰਹੇ ਹੋ ਜਾਨੂੰ ਮੈਂ ਅੱਗੇ ਲੰਘ ਗਿਆ। ਠੀਕ ਹੈ, ਜੇ ਫਿਰ ਵੀ ਕਹੋਗੇ ਮੈਂ ਐਪਲੀਕੇਸ਼ਨ ਤੇ ਆ ਜਾਵਾਂਗਾ ਤੁਹਾਡੇ ਨਾਲ, ਜੇ ਤੁਹਾਨੂੰ ਨਹੀਂ ਪਸੰਦ ਆਇਆ। ਪਰ ਹਾਂ, ਬੇਸਿਕ ਦਾ ਮੈਂ ਅਗਲਾ ਹਫਤਾ ਵੀ ਚਾਹੁੰਦਾ ਹਾਂ ਆਪਣੀ ਇੱਛਾ ਦੇ ਨਾਲ, ਤੇ ਐਸੇ ਰਾਈਟਿੰਗ ਵੀ ਆਪਾਂ ਗੂਗਲ ਮੀਟ ਤੇ ਕਰਾਂਗੇ, ਬਾਕੀ ਐਪਲੀਕੇਸ਼ਨ ਤੇ ਚੱਲੇਗਾ ਸਾਰਾ ਕੁਝ। ਕਲੀਅਰ ਜੀ ਸਾਰਿਆਂ ਨੂੰ? ਸਰ ਇੱਕ ਉਹ ਮਨ ਜਾਂ ਇੱਕ ਵਰਡ ਸੀ ਨਾ, ਮਨ ਮਾਈਂਡ ਹੋ ਗਿਆ, ਦੂਜਾ ਕੀ ਮਤਲਬ ਹੈ ਉਹਦਾ? ਮੰਨ ਗਿਆ ਸਰ, ਐਡਮਿਟ। ਐਡਮਿਟ। ਜਿਵੇਂ ਉਹ ਪੜਨ, ਉਹ ਰੋਟੀ ਖਾਣ ਲਈ ਮੰਨ ਗਿਆ, ਠੀਕ ਹੈ, ਜਾਂ ਅਪਰਾਧੀ ਨੇ ਆਪਣਾ ਗੁਨਾਹ ਮੰਨ ਲਿਆ, ਹੀ ਐਡਮਿਟ ਹਿਟਸ ਕ੍ਰਾਈਮ। ਠੀਕ ਹੈ, ਤਾਂ ਇਸ ਤਰ੍ਹਾਂ ਹੋ ਜਾਏਗਾ। ਤੇ ਆਪਾਂ ਮਿਲਦੇ ਹਾਂ ਫਿਰ, ਮੈਂ ਜਮਾਤ ਸਮਾਪਤ ਕਰ ਰਿਹਾ ਕੱਲ ਫਿਰ 6 ਵਜੇ ਹੀ, ਆਰਾਮ ਨਾਲ, ਤੇ ਆਪਣਾ ਧਿਆਨ ਰੱਖਿਓ ਤੇ ਹੋਮਵਰਕ ਕਰਕੇ ਭੇਜ ਦਿਓ ਮੈਨੂੰ। ਕੱਲ ਤੁਹਾਡੇ ਸਾਰਿਆਂ ਦੇ ਹੋਮਵਰਕ ਚੈੱਕ ਹੋ ਜਾਣਗੇ। ਠੀਕ ਹੈ ਜੀ, ਤਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਛੁੱਟੀ ਕਰ ਸਕਦੇ ਹੋ ਹੁਣ ਤੁਸੀਂ।